ਹੈਲੋ ਸਟੂਡੈਂਟਸ, ਗੁੱਡ ਮੋਰਨਿੰਗ ਟੂ ਆਲ ਆਫ ਯੂ। ਬੇਟੇ ਆਪਾਂ ਅੱਜ ਦੀ ਕਲਾਸ ਦੇ ਵਿੱਚ ਇੱਕ ਸਟੋਰੀ ਹੈ ਵੱਡਾ ਮੰਗਤਾ। ਠੀਕ ਹੈ, ਤਾਂ ਬੇਟੇ ਓਨਲੀ ਰੀਡ ਕਰਨ ਦੇ ਲਈ ਹੈ, ਤਾਂ ਇਹ ਆਪਾਂ ਬਸ ਪੜ੍ਹਾਂਗੇ ਬੇਟਾ, ਇਸ ਦਾ ਕੋਈ ਬੁੱਕ ਵਰਕ ਨਹੀਂ ਹੈ। ਠੀਕ ਹੈ, ਤਾਂ ਚਲੋ ਬੇਟਾ ਆਪਾਂ ਸਟੋਰੀ ਰੀਡ ਕਰਦੇ ਹਾਂ। ਇੱਕ ਵਾਰ ਇੱਕ ਰਾਜਾ ਸੀ, ਉਹ ਬੜਾ ਲਾਲਚੀ ਸੀ। ਤਾਂ ਧਿਆਨ ਨਾਲ ਸੁਣਨੀ ਹੈ ਬੇਟਾ ਸਟੋਰੀ ਤੁਸੀਂ। ਉਸ ਕੋਲ ਧਨ ਦੌਲਤ ਬਹੁਤ ਸੀ, ਪਰੰਤੂ ਉਹ ਹੋਰ ਅਮੀਰ ਬਣਨਾ ਚਾਹੁੰਦਾ ਸੀ। ਉਹ ਹਮੇਸ਼ਾ ਰੱਬ ਕੋਲੋਂ ਧਨ ਦੌਲਤ ਐਸ਼ੋ ਆਰਾਮ ਦੇ ਹੋਰ ਸਾਧਨ ਮੰਗਦਾ ਰਹਿੰਦਾ। ਠੀਕ ਹੈ ਬੇਟਾ, ਇੱਕ ਰਾਜਾ ਸੀ। ਠੀਕ ਹੈ, ਉਸਦੇ ਕੋਲ ਬਹੁਤ ਸਾਰਾ ਧਨ ਦੌਲਤ ਸੀ, ਪਰ ਉਹ ਕਿਸੇ ਹੋਰ ਵੀ ਅਮੀਰ ਬਣਨਾ ਚਾਹੁੰਦਾ ਸੀ। ਤਾਂ ਹੋਰ ਅਮੀਰ ਬਣਨ ਦੇ ਲਈ ਕੀ ਆ, ਉਹ ਰੱਬ ਕੋਲੋਂ ਕੀ ਆ, ਹਮੇਸ਼ਾ ਧਨ ਦੌਲਤ ਐਸ਼ੋ ਆਰਾਮ ਮੰਗਦਾ ਰਹਿੰਦਾ ਸੀ। ਠੀਕ ਹੈ, ਉਸ ਤੋਂ ਅੱਗੇ ਦੇਖੋ, ਇੱਕ ਦਿਨ ਉਹ ਸ਼ਿਕਾਰ ਖੇਡਣ ਜੰਗਲ ਵਿੱਚ ਗਿਆ। ਉਹ ਜੰਗਲ ਵਿੱਚ ਬਹੁਤ ਦੂਰ ਚਲਾ ਗਿਆ। ਉਸ ਨੂੰ ਰਾਤ ਪੈ ਗਈ। ਰਾਤ ਹੋਣ ਕਾਰਨ ਉਹ ਰਸਤਾ ਭੁੱਲ ਗਿਆ ਅਤੇ ਉਸ ਦੇ ਸਿਪਾਹੀ ਵੀ ਉਸ ਤੋਂ ਵਿਛੜ ਗਏ। ਉਸ ਨੂੰ ਕਿਤੇ ਕੋਈ ਪਿੰਡ ਜਾਂ ਸ਼ਹਿਰ ਵਿਖਾਈ ਨਹੀਂ ਦੇ ਰਿਹਾ ਸੀ। ਇੱਕ ਜਗ੍ਹਾ ਉਸ ਨੂੰ ਬੜੀ ਹਲਕੀ ਜਿਹੀ ਰੋਸ਼ਨੀ ਵਿਖਾਈ ਦਿੱਤੀ। ਉਸ ਨੇ ਆਪਣੇ ਘੋੜੇ ਨੂੰ ਉੱਧਰ ਮੋੜ ਲਿਆ। ਉਹ ਇੱਕ ਗਰੀਬ ਜੁਲਾਹੇ ਦਾ ਘਰ ਸੀ। ਜਦ ਜੁਲਾਹੇ ਨੇ ਆਪਣੇ ਸਾਹਮਣੇ ਸ਼ਾਹੀ ਵਰਦੀ ਵਿੱਚ ਰਾਜੇ ਨੂੰ ਵੇਖਿਆ ਤਾਂ ਉਹ ਹੱਕਾ ਬੱਕਾ ਰਹਿ ਗਿਆ। ਜੁਲਾਹੀ ਵੀ ਦੌੜੀ ਦੌੜੀ ਆਈ। ਉਹਨਾਂ ਨੇ ਰਾਜੇ ਲਈ ਮੰਜਾ 'ਤੇ ਕੋਰਾ ਜਿਹਾ ਬਿਸਤਰਾ ਵਿਛਾਇਆ। ਉਸਨੂੰ ਖਾਣ ਪੀਣ ਲਈ ਜੋ ਰੁੱਖਾ ਮਿੱਸਾ ਸੀ ਦਿੱਤਾ। ਠੀਕ ਹੈ ਬੇਟਾ, ਤਾਂ ਜਦੋਂ ਜੰਗਲ ਦੇ ਵਿੱਚ ਗਏ ਤਾਂ ਉਹ ਸ਼ਿਕਾਰ ਖੇਡਦਾ ਖੇਡਦਾ ਕਿ ਉਹਨਾਂ ਨੂੰ ਬਹੁਤ ਉੱਥੇ ਰਾਤ ਪੈ ਗਈ। ਠੀਕ ਹੈ, ਤਾਂ ਉਹਨਾਂ ਨੂੰ ਕੋਈ ਵੀ ਪਿੰਡ ਜਾਂ ਸ਼ਹਿਰ ਨਹੀਂ ਨਜ਼ਰ ਆ ਰਿਹਾ ਸੀ। ਤਾਂ ਉਹਨਾਂ ਨੂੰ ਕਿ ਇੱਕ ਹਲਕੀ ਜਿਹੀ ਮਤਲਬ ਮੱਧਮ ਜਿਹੀ ਰੋਸ਼ਨੀ ਦਿਖਾਈ ਦਿੱਤੀ। ਉੱਥੇ ਕਿਸੇ ਇੱਕ ਜੁਲਾਹਾ ਅਤੇ ਜੁਲਾਹੀ ਰਹਿੰਦੇ ਸੀ। ਠੀਕ ਹੈ, ਤਾਂ ਉੱਥੇ ਉਹ ਜਦੋਂ ਪਹੁੰਚਿਆ ਤਾਂ ਉਹ ਮਤਲਬ ਰਾਜੇ ਨੂੰ ਦੇਖ ਕੇ ਕਿਹਾ ਹੱਕੇ ਬੱਕੇ ਰਹਿ ਗਏ, ਹੈਰਾਨ ਹੋ ਕੇ ਦੇਖ ਕੇ। ਤਾਂ ਫਿਰ ਉਸਦੀ ਮਤਲਬ ਘਰ ਵਾਲੀ ਸੀ ਜਿਹੜੀ ਜੁਲਾਹੀ, ਉਹ ਵੀ ਦੌੜੀ ਆਈ ਅਤੇ ਉਹਨਾਂ ਨੇ ਇੱਕ ਮੰਜਾ ਅਤੇ ਬਿਸਤਰਾ ਵਿਛਾਇਆ, ਕੋਰਾ ਜਿਹਾ ਮਤਲਬ ਸਾਫ਼ ਜਿਹਾ ਬਿਸਤਰਾ। ਠੀਕ ਹੈ, ਅਣਲੱਗ ਜਿਹੜਾ ਲੱਗਿਆ ਨਾ ਹੋਵੇ, ਅਤੇ ਖਾਣ ਪੀਣ ਲਈ ਜੋ ਵੀ ਉਹਨਾਂ ਦੇ ਘਰ ਸੀ ਰੁੱਖਾ ਮਿੱਸਾ ਉਹ ਦਿੱਤਾ। ਠੀਕ ਹੈ, ਜਿੱਦਾਂ ਦਾ ਵੀ ਸੀਗਾ ਖਾਣ ਦੇ ਲਈ ਉਹਨਾਂ ਦੇ ਘਰ। ਜਦੋਂ ਰਾਜਾ ਸਵੇਰੇ ਮੁੜਨ ਲੱਗਾ ਤਾਂ ਉਸਨੇ ਜੁਲਾਹੇ ਅਤੇ ਜੁਲਾਹੀ ਨੂੰ ਕੋਲ ਬੁਲਾਇਆ ਅਤੇ ਕਿਹਾ, ਤੁਸੀਂ ਮੇਰੀ ਬੜੀ ਸੇਵਾ ਕੀਤੀ ਹੈ। ਤੁਹਾਨੂੰ ਜਦੋਂ ਕਿਤੇ ਮੇਰੀ ਲੋੜ ਪਵੇ ਮੇਰੇ ਮਹੱਲਾਂ ਵਿੱਚ ਬੇਝਿਜਕ ਆ ਜਾਣਾ। ਇਸ ਦੇ ਨਾਲ ਹੀ ਉਸਨੇ ਉਹਨਾਂ ਨੂੰ ਇੱਕ ਰੁੱਕਾ ਲਿਖ ਕੇ ਦਿੱਤਾ। ਜੁਲਾਹਾ ਜੁਲਾਹੀ ਬੜੇ ਖੁਸ਼ ਹੋਏ। ਰੁੱਕਾ ਹੁੰਦਾ ਬੇਟੇ ਇੱਕ ਪੇਜ। ਠੀਕ ਹੈ, ਕੋਈ ਪੇਜ 'ਤੇ ਉਸਨੇ ਲਿਖ ਕੇ ਦੇ ਦਿੱਤਾ ਅਤੇ ਉਹ ਦੋਨੇ ਕੀ ਆ, ਬਹੁਤ ਖੁਸ਼ ਹੋਏ। ਜੁਲਾਹਾ ਅਤੇ ਜੁਲਾਹੀ। ਬੇਟੇ ਜੁਲਾਹਾ ਹੁੰਦਾ ਬੇਟੇ ਕੱਪੜੇ ਬੁਣਨ ਵਾਲਾ। ਠੀਕ ਹੈ, ਅਤੇ ਉਸਦੀ ਘਰ ਵਾਲੀ ਨੂੰ ਕੀ ਕਿਹਾ ਗਿਆ, ਜੁਲਾਹੀ। ਕਈ ਸਾਲ ਬੀਤ ਗਏ। ਇੱਕ ਸਾਲ ਰਾਜ ਵਿੱਚ ਕਾਲ ਪੈ ਗਿਆ। ਲੋਕ ਭੁੱਖੇ ਮਰਨ ਲੱਗੇ। ਜੁਲਾਹੇ ਨੂੰ ਰਾਜੇ ਦੇ ਦਿੱਤੇ ਰੁੱਕੇ ਬਾਰੇ ਯਾਦ ਆਇਆ। ਠੀਕ ਹੈ, ਉਸਨੇ ਉਹ ਰੁੱਕਾ ਲਿਆ ਅਤੇ ਰਾਜੇ ਦੇ ਮਹੱਲ ਨੂੰ ਚੱਲ ਪਿਆ। ਦਰਬਾਨ ਨੂੰ ਰੁੱਕਾ ਵਿਖਾ ਕੇ ਉਹ ਅੰਦਰ ਚਲਾ ਗਿਆ। ਉਸਨੇ ਵੇਖਿਆ ਕਿ ਰਾਜਾ ਰੱਬ ਅੱਗੇ ਅਰਦਾਸ ਕਰਦਾ ਕਹਿ ਰਿਹਾ ਸੀ, ਰੱਬਾ ਤੇਰਾ ਦਿੱਤਾ ਮੇਰੇ ਕੋਲ ਬਹੁਤ ਹੈ, ਪਰੰਤੂ ਜੇ ਮੈਨੂੰ ਹੋਰ ਧਨ ਦੌਲਤ ਮਿਲ ਜਾਵੇ ਤਾਂ ਤੇਰਾ ਬਹੁਤ ਧੰਨਵਾਦ ਹੋਵੇਗਾ। ਜੁਲਾਹਾ ਰਾਜੇ ਦੇ ਇਹ ਸ਼ਬਦ ਸੁਣ ਕੇ ਹੈਰਾਨ ਰਹਿ ਗਿਆ। ਉਹ ਬਗੈਰ ਰਾਜੇ ਨੂੰ ਮਿਲਿਆ ਰੁੱਕਾ ਫਾੜ ਕੇ ਘਰ ਨੂੰ ਵਾਪਸ ਆ ਗਿਆ। ਦੋਵੇਂ ਤੀਵੀਂ ਆਦਮੀ ਬੜੇ ਸਵੈਭਿਮਾਨੀ ਸਨ। ਤਾਂ ਬੇਟੇ ਉਹ ਰੁੱਕਾ ਜਿਹੜਾ ਉਹ ਪੇਜ ਸੀ ਉਹ ਲੈ ਕੇ ਕੀ ਉਹ ਚਲਾ ਗਿਆ। ਠੀਕ ਹੈ, ਦਰਬਾਨ ਹੁੰਦਾ ਪਹਿਰਾ ਦੇਣ ਵਾਲਾ ਜਿਹੜਾ ਦਰਬਾਰ ਦੇ ਬਾਹਰ ਰੁਕਿਆ ਹੋਇਆ ਸੀ। ਠੀਕ ਹੈ, ਉਸਨੂੰ ਉਹ ਪੇਜ ਉਹ ਰੁੱਕਾ ਦਿਖਾ ਕੇ ਉਹ ਅੰਦਰ ਚਲਾ ਗਿਆ। ਅਤੇ ਉਹ ਰਾਜੇ ਨੂੰ ਕੀ ਆ, ਅੰਦਰ ਉਸਨੇ ਦੇਖਿਆ ਕਿ ਉਹ ਤਾਂ ਪਰਮਾਤਮਾ ਦੇ ਅੱਗੇ ਰੱਬ ਦੇ ਅੱਗੇ ਅਰਦਾਸ ਕਰ ਰਿਹਾ ਸੀਗਾ। ਸਭ ਕੁਝ ਹੁੰਦਿਆਂ ਹੋਇਆ ਵੀ ਉਹ ਕੀ ਆ, ਰੱਬ ਕੋਲੋਂ ਹੋਰ ਮੰਗ ਰਿਹਾ ਸੀ। ਠੀਕ ਹੈ, ਤਾਂ ਪਰੰਤੂ ਜਿਹੜਾ ਜੁਲਾਹਾ ਸੀ ਉਹ ਇਹ ਸ਼ਬਦ ਸੁਣ ਕੇ ਕੀ ਆ, ਵਾਪਸ ਆ ਗਿਆ। ਉਹ ਜਿਹੜਾ ਰੁੱਕਾ ਸੀ ਉਸਦੇ ਕੋਲ ਉਹ ਫਾੜ ਦਿੱਤਾ ਉਸਨੇ। ਠੀਕ ਹੈ, ਮਤਲਬ ਪਾੜ ਦਿੱਤਾ ਉਸਨੇ। ਅਤੇ ਉਹ ਜਿਹੜੇ ਤੀਵੀਂ ਆਦਮੀ ਸੀ ਉਹ ਬੜੇ ਸਵੈਭਿਮਾਨੀ ਸਨ, ਮਤਲਬ ਬੜੇ ਵੱਡੇ ਦਿਲ ਵਾਲੇ ਸੀਗੇ। ਠੀਕ ਹੈ, ਤਾਂ ਫਿਰ ਉਸ ਤੋਂ ਬਾਅਦ ਦੇਖੋ, ਜਦੋਂ ਰਾਜੇ ਨੂੰ ਪਤਾ ਲੱਗਾ ਕਿ ਜੁਲਾਹਾ ਉਸ ਕੋਲ ਮਦਦ ਲੈਣ ਆਇਆ ਸੀ ਅਤੇ ਖਾਲੀ ਹੱਥ ਮੁੜ ਗਿਆ ਹੈ, ਤਾਂ ਉਹ ਉਸਦੇ ਘਰ ਵੱਲ ਚੱਲ ਪਿਆ। ਉਸਨੇ ਜਾ ਕੇ ਜੁਲਾਹੇ ਤੋਂ ਇਸ ਦਾ ਕਾਰਨ ਪੁੱਛਿਆ। ਜੁਲਾਹਾ ਬੜਾ ਦਲੇਰ ਸੀ। ਉਹ ਬੇਝਿਜਕ ਹੋ ਕੇ ਬੋਲਿਆ, ਮਹਾਰਾਜ ਮਾਫ਼ ਕਰਨਾ, ਮੈਂ ਤੁਹਾਡੇ ਕੋਲੋਂ ਮਦਦ ਲੈਣ ਗਿਆ ਸਾਂ, ਪਰੰਤੂ ਜਦੋਂ ਮੈਂ ਤੁਹਾਨੂੰ ਰੱਬ ਕੋਲੋਂ ਹੋਰ ਮੰਗਦੇ ਸੁਣਿਆ ਤਾਂ ਮੈਂ ਮੁੜ ਆਇਆ। ਮੈਂ ਇਹ ਸੋਚਿਆ, ਜਿਹੜਾ ਬੰਦਾ ਰੱਬ ਸਭ ਕੁਝ ਹੁੰਦਿਆਂ ਹਾਲੇ ਹੋਰ ਮੰਗ ਰਿਹਾ ਹੈ, ਉਹ ਕਿਸੇ ਨੂੰ ਕੀ ਦੇ ਸਕਦਾ ਹੈ, ਉਹ ਤਾਂ ਆਪ ਹੀ ਵੱਡਾ ਮੰਗਤਾ ਹੈ। ਜੁਲਾਹੇ ਦੀਆਂ ਗੱਲਾਂ ਸੁਣ ਕੇ ਰਾਜਾ ਸ਼ਰਮਿੰਦਾ ਹੋਇਆ ਅਤੇ ਹੈਰਾਨ ਰਹਿ ਗਿਆ। ਉਹ ਸੋਚ ਰਿਹਾ ਸੀ ਕਿ ਇਸ ਦੁਨੀਆ ਵਿੱਚ ਅਜਿਹੇ ਲੋਕ ਵੀ ਵੱਸਦੇ ਹਨ ਜਿਹੜੇ ਭੁੱਖੇ ਰਹਿ ਕੇ ਵੀ ਕਿਸੇ ਦਾ ਅਹਿਸਾਨ ਚੱਲਣ ਲਈ ਤਿਆਰ ਨਹੀਂ ਹਨ। ਠੀਕ ਹੈ, ਰਾਜੇ ਨੇ ਕਿਹਾ, ਅੱਜ ਤੋਂ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ। ਅੱਜ ਤੋਂ ਮੈਂ ਸਬਰ ਸੰਤੋਖ ਵਾਲਾ ਜੀਵਨ ਬਿਤਾਵਾਂਗਾ। ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਝਲਕਣ ਲੱਗੇ। ਜੁਲਾਹਾ ਅਤੇ ਜੁਲਾਹੀ ਖੁਸ਼ ਹੋ ਗਏ। ਠੀਕ ਹੈ ਬੇਟਾ, ਉਸ ਤੋਂ ਬਾਅਦ ਜਦੋਂ ਉਹਨੂੰ ਪਤਾ ਲੱਗਿਆ ਕਿ ਜਿਹੜਾ ਉਹ ਜੁਲਾਹਾ ਸੀ ਉਹ ਬਿਨਾਂ ਕੁਝ ਮੰਗੇ ਵਾਪਸ ਚਲਾ ਗਿਆ, ਤਾਂ ਉਹ ਕੀ ਉਸਦੇ
ਵਾਪਸ ਉੱਥੇ ਮਤਲਬ ਪਿੱਛੇ ਉਸਦੇ ਘਰ ਚਲਾ ਗਿਆ। ਠੀਕ ਹੈ, ਉਸਨੇ ਉਸਨੂੰ ਜਾ ਕੇ ਪੁੱਛਿਆ, ਪਰ ਉਸਨੇ ਬੇਝਿਜਕ ਹੋ ਕੇ ਬਿਨਾਂ ਕਿਸੇ ਡਰ ਦੇ, ਠੀਕ ਹੈ, ਰਾਜਾ ਹੋਣ ਦੇ ਨਾਤੇ ਵੀ ਉਸਨੇ ਮਤਲਬ ਜਿਹੜਾ ਜੁਲਾਹਾ ਸੀ ਬੇਝਿਜਕ ਹੋ ਕੇ ਬਿਨਾਂ ਡਰ ਕਿਸੇ ਡਰ ਤੋਂ ਰਾਜੇ ਨੂੰ ਉਸਨੇ ਜਵਾਬ ਦੇ ਦਿੱਤਾ। ਠੀਕ ਹੈ, ਕੀ ਕਹਿੰਦਾ ਵੀ ਮੈਂ ਤੁਹਾਡੇ ਕੋਲੋਂ ਮਦਦ ਲੈਣ ਗਿਆ ਸਾਂ, ਪਰੰਤੂ ਜਦੋਂ ਮੈਂ ਤੁਹਾਨੂੰ ਕਿ ਰੱਬ ਦੇ ਕੋਲੋਂ ਹੋਰ ਮੰਗਦੇ ਹੋਏ ਸੁਣਿਆ ਤਾਂ ਮੈਂ ਸੋਚਿਆ ਕਿ ਜਿਹੜਾ ਬੰਦਾ ਆਪ ਹੀ ਪਰਮਾਤਮਾ ਦੇ ਕੋਲੋਂ ਰੱਬ ਦੇ ਕੋਲੋਂ ਹੋਰ ਮੰਗ ਰਿਹਾ ਹੈ ਉਹ ਕਿਸੇ ਹੋਰ ਨੂੰ ਕੀ ਦੇ ਸਕਦਾ ਹੈ। ਠੀਕ ਹੈ, ਉਹ ਤਾਂ ਫਿਰ ਆਪ ਹੀ ਵੱਡਾ ਮੰਗਦਾ ਹੈ, ਕਿਉਂਕਿ ਉਹ ਪਰਮਾਤਮਾ ਦੇ ਕੋਲੋਂ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਮੰਗ ਰਿਹਾ ਹੈ। ਠੀਕ ਹੈ, ਤਾਂ ਬੇਟੇ ਜਿਹੜਾ ਰਾਜਾ ਸੀ ਉਹ ਕੀ ਆ ਬਹੁਤ ਸ਼ਰਮਿੰਦਾ ਹੋਇਆ ਅਤੇ ਉਹਨੇ ਸੋਚਿਆ ਕਿ ਇਸ ਦੁਨੀਆ ਦੇ ਵਿੱਚ ਅਜਿਹੇ ਵੀ ਲੋਕ ਨੇ ਜੋ ਕਿਸੇ ਦਾ ਮਤਲਬ ਭੁੱਖੇ ਰਹਿ ਕੇ ਵੀ ਕਿਸੇ ਦਾ ਅਹਿਸਾਨ ਝੱਲਣ ਲਈ ਤਿਆਰ ਨਹੀਂ ਹਨ। ਠੀਕ ਹੈ, ਅਤੇ ਕਹਿੰਦਾ ਵੀ ਅੱਜ ਮੇਰੀਆਂ ਤੂੰ ਅੱਖਾਂ ਖੋਲ੍ਹ ਦਿੱਤੀਆਂ ਹਨ, ਅੱਜ ਤੋਂ ਮੈਂ ਸਬਰ ਸੰਤੋਖ ਵਾਲਾ ਜੀਵਨ ਬਿਤਾਵਾਂਗਾ। ਠੀਕ ਹੈ, ਪਛਤਾਵੇ ਦੇ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਝਲਕਣ ਲੱਗੇ, ਉਸਨੂੰ ਪਛਤਾਵਾ ਹੋਇਆ ਉਸ ਗੱਲ ਦਾ। ਠੀਕ ਹੈ, ਜੁਲਾਹਾ ਅਤੇ ਜੁਲਾਹੀ ਖੁਸ਼ ਹੋ ਗਏ। ਠੀਕ ਹੈ ਬੇਟਾ, ਇਹ ਸੀ ਸਟੋਰੀ ਇੱਕ ਵੱਡੇ ਮੰਗਤੇ ਦੀ। ਠੀਕ ਹੈ, ਤਾਂ ਬੇਟੇ ਮੈਨੂੰ ਉਮੀਦ ਆ ਕਿ ਤੁਹਾਨੂੰ ਇਹ ਸਟੋਰੀ ਸਮਝ ਆ ਗਈ ਹੋਵੇਗੀ ਅਤੇ ਪਸੰਦ ਵੀ ਆਈ ਹੋਵੇਗੀ। ਬੇਟਾ ਤੁਸੀਂ ਆਪਣੇ ਆਪ ਇੱਕ ਵਾਰ ਫਿਰ ਰੀਡ ਕਰਨੀ ਆ ਅਤੇ ਇਸ 'ਤੇ ਅਮਲ ਵੀ ਕਰਨਾ ਹੈ। ਠੀਕ ਹੈ, ਜੋ ਵੀ ਆਪਾਂ ਨੂੰ ਪਰਮਾਤਮਾ ਨੇ ਦਿੱਤਾ ਹੈ ਉਸ 'ਤੇ ਆਪਾਂ ਨੂੰ ਮਤਲਬ ਸੰਤੋਖ ਸਬਰ ਦੇ ਨਾਲ ਰਹਿਣਾ ਚਾਹੀਦਾ ਹੈ। ਠੀਕ ਹੈ, ਜਿੰਨਾ ਵੀ ਦਿੱਤਾ ਹੈ ਪਰਮਾਤਮਾ ਨੇ ਉਹਨੇ 'ਚ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਹੈ। ਠੀਕ ਹੈ ਬੇਟਾ, ਤਾਂ ਤੁਸੀਂ ਦੁਬਾਰਾ ਬੇਟਾ ਇਹ ਰੀਡ ਕਰਨੀ ਇੱਕ ਵਾਰੀ ਫਿਰ। ਓਕੇ ਬੇਟਾ, ਅੱਗੇ ਆਪਾਂ ਨੈਕਸਟ ਕਲਾਸ ਦੇ ਵਿੱਚ ਆਪਾਂ ਬੇਟਾ ਅੱਗੇ ਆਪਣਾ ਲੈਸਨ ਕਰਾਂਗੇ। ਓਕੇ ਬੇਟਾ, ਥੈਂਕ ਯੂ, ਹੈਵ ਅ ਨਾਈਸ ਡੇ।